ਅੱਜ ਗੰਗਾ ਯਮੁਨਾ ਘਾਟੀ ਦੀ ਜਿਹੜੀ ਸਭਿਅਤਾ ਹੈ ਉਹ ਸਾਰੇ ਸੰਸਾਰ ਸਾਰੇ ਹਿੰਦੁਸਤਾਨ ਦੇ ਉੱਤੇ ਹਾਵੀ ਹੁੰਦੀ ਜਾ ਰਹੀ ਹੈ ਔਰ ਇਸ ਦੇ ਸੰਦਰਭ ਦੇ ਵਿੱਚ ਧਾਰਮਿਕ ਸਿਆਸੀ ਅਤੇ ਖੇਤਰੀ ਹੋਂਦ ਨੂੰ ਜੋ ਖਤਰੇ ਪੈਦਾ ਹੋ ਰਹੇ ਹਨ ਉਹਨਾਂ ਨੂੰ ਵਿਚਾਰਨ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ। ਅਸੀਂ ਇਹ ਤੈਅ ਕਰਨਾ ਹੈ ਕਿ ਕੀ ਸਾਨੂੰ ਆਪਣੀ ਪਛਾਣ ਕਾਇਮ ਰੱਖਣ ਲਈ ਕੁਝ ਵਿਸ਼ੇਸ਼ ਇੰਤਜ਼ਾਮ ਕਰਨ ਦੀ ਲੋੜ ਹੈ ਜਾਂ ਨਹੀਂ। ਆਪਣੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਉੱਤੇ ਨਜ਼ਰ ਮਾਰਦਾ ਹੋਇਆ ਇੱਕ ਇਤਿਹਾਸਕਾਰ ਹਿੰਦੀ ਦੇ ਮੈਗਜ਼ੀਨ ਸਰਿਤਾ ਵਿੱਚ ਲਿਖਦਾ ਹੈ ਕਿ ਸਾਡਾ ਇਤਿਹਾਸ ਹਾਰਾਂ ਦਾ, ਨਮੋਸ਼ੀਆਂ ਦਾ, ਜ਼ਲਾਲਤਾਂ ਦਾ, ਬੇਇੱਜ਼ਤੀਆਂ ਦਾ ਇਤਿਹਾਸ ਹੈ। ਅਲੈਗਜ਼ੈਂਡਰ ਨੇ ਹਮਲਾ ਕੀਤਾ 327 BC ਦੇ ਵਿੱਚ ਔਰ ਉਸ ਤੋਂ ਬਾਅਦ ਤਲੀਕੋਟਾ ਦੀ ਲੜਾਈ ਤੱਕ ਜਿਹੜੀ ਕਿ ਗੁਰੂ ਅਰਜਨ ਸਾਹਿਬ ਦੇ ਸਮੇਂ ਹੋਈ। ਜਿਹੜਾ ਵੀ ਹਮਲਾਵਰ ਹਿੰਦੁਸਤਾਨ ਦੇ ਵਿੱਚ ਆਇਆ, ਜਲ ਦੇ ਰਾਹੀਂ ਆਇਆ, ਥਲ ਦੇ ਰਾਹੀਂ ਆਇਆ, ਪਹਾੜਾਂ ਨੂੰ ਲੰਘ ਕੇ ਆਇਆ, ਮੰਗੋਲ ਆਏ, ਕੁਸ਼ਾਣ ਆਏ, ਜੱਟ ਆਏ, ਅਰਬੀ ਆਏ, ਇਰਾਨੀ ਆਏ, ਤੁਰਾਨੀ ਆਏ, ਮੁਗਲ ਆਏ, ਪੁਰਤਗਾਲੀ ਆਏ, ਫਰਾਂਸੀਸੀ ਆਏ, ਅੰਗਰੇਜ਼ ਆਏ, ਕਿਸੇ ਨੂੰ ਵੀ ਅਸੀਂ ਹਰਾਇਆ ਨਹੀਂ। ਸਾਰਿਆਂ ਨੇ ਜਿੱਤਾਂ ਹਾਸਲ ਕੀਤੀਆਂ, ਇੱਥੇ ਸਦੀਆਂ ਤੱਕ ਰਾਜ ਕੀਤਾ, ਆਪਣੀ ਮਰਜ਼ੀ ਨਾਲ ਆਏ, ਆਪਣੀ ਮਰਜ਼ੀ ਨਾਲ ਰਾਜ ਕਰਦੇ ਹੋਏ ਅਖੀਰ ਦੇ ਉੱਤੇ ਆਪਣੀ ਮਰਜ਼ੀ ਨਾਲ ਗਏ ਤਾਂ ਗਏ ਅੰਗਰੇਜ਼ਾਂ ਸਮੇਤ, ਲੇਕਿਨ ਅਸੀਂ ਕਿਸੇ ਨੂੰ ਕੱਢਿਆ ਨਹੀਂ। ਮੁਹੰਮਦ ਬਿਨ ਕਾਸਮ 2 ਜਹਾਜ਼ ਲੈ ਕੇ ਆਇਆ, ਸਾਰੀ ਸਿੰਧ ਦੇ ਉੱਤੇ ਹਮਲਾ ਕਰਕੇ ਉਸਨੇ ਕਬਜ਼ਾ ਕਰ ਲਿਆ। ਵਾਸਕੋ ਡਗਾਮਾ 2 ਜਹਾਜ਼ ਲੈ ਕੇ ਆਇਆ ਔਰ ਸਾਰੇ ਕਾਲੀਕਟ ਦੇ ਉੱਤੇ, ਕੇਰਲਾ ਤੱਟ ਦੇ ਉੱਤੇ ਉਸਨੇ ਆਪਣਾ ਰਾਜ ਕਾਇਮ ਕਰ ਲਿਆ ਔਰ ਅੱਜ ਤੱਕ ਉਹ 1947 ਤੱਕ ਇਹ ਰਾਜ ਚੱਲਦਾ ਰਿਹਾ। ਉਸ ਤੋਂ ਬਾਅਦ ਵੀ ਥੋੜ੍ਹੀ ਦੇਰ ਪੁਰਾਤਨ ਸੱਭਿਅਤਾ ਦੇ ਅਸੀਂ ਮਾਲਕ ਉਚੇਰੀ ਵਿੱਦਿਆ ਆਦਿ ਦੇ ਧਿਆਨ ਦੇ ਵਿੱਚ ਡੁੱਬੇ ਰਹੇ। ਅਸੀਂ ਕਿਸੇ ਹਮਲਾਵਰ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। SR ਸ਼ਰਮਾ ਆਪਣੀ ਕਿਤਾਬ ਦੇ ਵਿੱਚ ਇੱਕ ਛੋਟੀ ਜਿਹੀ ਕਵਿਤਾ ਲਿਖਦਾ ਹੈ, ਕਹਿੰਦਾ ਹੈ, ਹਿੰਦ ਬਾਊਡ ਲੋ ਬਿਫੋਰ ਦ ਸਟੋਰਮ ਇਨ ਪੇਸ਼ੈਂਟ ਡੀਪ ਡਿਸਡੇਨ, she let the legions thunder past and plunged in thought again। ਇਹ ਸਾਡਾ ਕਿਰਦਾਰ ਰਿਹਾ ਉਸ ਤੋਂ ਲੈ ਕੇ ਹੁਣ ਤੱਕ। ਹਿੰਦ ਦੇ ਲੋਕ ਗੁਲਾਮੀ ਦੇ ਇੰਨੇ ਆਸ਼ਿਕ ਹੋ ਗਏ, ਆਦੀ ਨਹੀਂ ਆਸ਼ਿਕ ਹੋ ਗਏ ਕਿ 10 ਸਦੀਆਂ ਤੱਕ ਇਸ ਗੁਲਾਮੀ ਨੂੰ ਬੜੇ ਸ਼ੌਕ ਦੇ ਨਾਲ ਹੰਡਾਉਂਦੇ ਰਹੇ। ਇਸ ਵਤੀਰੇ ਦੀਆਂ 2-3 ਨਜ਼ੀਰਾਂ ਮੈਂ ਤੁਹਾਡੇ ਪੇਸ਼ ਕਰਨਾ ਚਾਹੁੰਦਾ ਹਾਂ। 1000 ਸਾਲਾਂ ਦੀ ਤੋਂ ਬਾਅਦ ਔਰ 300 ਸਾਲਾਂ ਦੀ ਘਾਲਣਾ ਉਪਰੰਤ ਬੰਦਾ ਬਹਾਦਰ ਨੇ 1710 ਵਿੱਚ ਇੱਥੇ ਲੋਕਾਂ ਦਾ ਆਪਣਾ ਰਾਜ ਕਾਇਮ ਕੀਤਾ। ਬਹਾਦਰ ਸ਼ਾਹ ਨੇ ਉਸ ਦੇ ਵਿਰੁੱਧ ਮੁਹਿੰਮ ਵਿੱਢੀ ਔਰ ਉਸ ਮੁਹਿੰਮ ਦੇ ਵਿੱਚ ਜਿਹੜੇ ਤੁਸੀਂ ਨਾਮ ਪੜ੍ਹੋਗੇ ਸਾਰੇ ਕਹਿੰਦੇ ਕਹਾਉਂਦੇ ਵੱਡੇ ਰਾਜਪੂਤ ਰਾਜੇ, ਸਾਰੇ ਜਾਟ, ਡੋਗਰੇ, ਸਾਰੇ ਹਿੰਦੁਸਤਾਨ ਦੀਆਂ ਸਾਰੀਆਂ ਸ਼ਕਤੀਆਂ ਉਸ ਦੇ ਨਾਲ ਸਨ ਔਰ ਬੰਦਾ ਬਹਾਦਰ ਦੇ ਵਿਰੁੱਧ ਸਨ। ਲਾਹੌਰ ਦੇ ਸਾਰੇ ਖੱਤਰੀਆਂ ਨੇ ਇਕੱਠੇ ਹੋ ਕੇ ਇਸ ਮੁਹਿੰਮ ਦਾ ਖਰਚਾ ਆਪਣੇ ਕੋਲੋਂ ਦਿੱਤਾ। ਤਾਂ ਇਹ ਗੁਲਾਮੀ ਨੂੰ ਗਲੇ ਲਾਉਣ ਦੀ ਗੱਲ ਵੀ ਹੈ ਔਰ ਗੁਲਾਮੀ ਉੱਤੇ ਮਰ ਮਿਟਣ ਵਾਲੀ ਗੱਲ ਵੀ ਹੈ। 1849 ਵਿੱਚ ਇਹ ਸਾਰਾ ਗੱਠਜੋੜ ਅੰਗਰੇਜ਼ਾਂ ਦੇ ਨਾਲ ਸੀ। ਜਦੋਂ ਉਹਨਾਂ ਨੇ ਪੰਜਾਬ, ਜੋ ਕਿ ਆਖਰੀ ਰਾਜ ਸੀ ਹਿੰਦੁਸਤਾਨ ਦਾ ਜਿਹੜਾ ਆਜ਼ਾਦ ਸੀ, ਇਸ ਨੂੰ ਗੁਲਾਮ ਕਰਨ ਵਾਸਤੇ ਮੁਹਿੰਮ ਵਿੱਢੀ ਤਾਂ ਸਾਰੇ ਦੇ ਸਾਰੇ ਉਹਨਾਂ ਦੇ ਨਾਲ ਸਨ। 1823 ਦੇ ਵਿੱਚ ਰਣਜੀਤ ਸਿੰਘ ਨੇ ਇੱਕ ਚਿੱਠੀ ਲਿਖੀ ਸਾਰੇ ਬਾਦਸ਼ਾਹਾਂ ਨੂੰ, ਹਿੰਦੁਸਤਾਨ ਦੇ ਲੋਕਲ ਬਾਦਸ਼ਾਹਾਂ ਨੂੰ, ਕਿ ਇਹ ਅੰਗਰੇਜ਼ ਕਿੰਨਾ ਕੁ ਤਾਕਤਵਰ ਹੈ, ਆਪਾਂ ਸਾਰੇ ਰਲ ਕੇ ਇਹਦਾ ਮੁਕਾਬਲਾ ਕਿਉਂ ਨਹੀਂ ਕਰ ਸਕਦੇ, ਆਓ ਰਲ ਕੇ ਇਸ ਨੂੰ ਅੰਗਰੇਜ਼ੀ ਬਿੱਲੇ ਨੂੰ ਪੂਛ ਤੋਂ ਫੜ ਕੇ ਸਮੁੰਦਰ ਦੇ ਵਿੱਚ ਲਾ ਕੇ ਮਾਰੀਏ। ਅਤੇ ਸਾਰੇ ਰਾਜਿਆਂ ਨੇ, ਜਿਹਦੇ ਵਿੱਚ ਵੱਡੇ ਵੱਡੇ ਮਹਾਰਾਜ, ਰਾਜ ਔਰ ਇੱਥੋਂ ਦੇ
नेपाल का राजा, बड़ौदा का फलाना, सारे जिन्ने भी गिन सकते हो गिन लो। उन्होंने सारिया ने वो चिट्ठी लिजा के अंग्रेज़ों को पेश की कि जी देखो ये सानू तुहाडे विरुद्ध उकसा रहा। तो इन्हां 10 सदियां विच सिख गुरुआं तो बिना और सिखां तो बिना कोई एक भी हिंदी सियासी जूड़े नूं उतारन वास्ते लाउण लई शहीद नहीं होया। ये कितनी वड्डी गल है। हुण ये गुलामी दे नाल इश्क ही होएगा तां ये नहीं कीता ना। शहीद लफ्ज़ या इस दा बदल कोई हिंदी दे विच इत्थों दी किसी भी भाषा दे विच है नहीं। इस हकीकत का कारण लभण की लोड़ है कि ये क्यों इस तरह होया। इसनूं असीं समझ के फिर असीं अपने अगां वास्ते, अपने आने वाले समियां वास्ते कोई इंतजाम कर सकते हैं। इन्हां कारणों के उत्ते अनेकां किताबां लिखियां हुईयां ने। हिंद की अंतरात्मा नूं सब तो वध अपना धर्म प्रवान है और इस धर्म का हिस्सा की है। इस धर्म का हिस्सा है वर्ण वंड, छूआछूत, सुच पिट, कर्मकांड, मूर्ति पूजा। इस आधार उत्ते ये समाज सिरजदे हैं जिहड़ा कि चुनिंदा वर्गां की सरदारी का समाज है। कुछ लोगों ने सदैवी राज करना है, इस दे उत्ते आधारित ये समाज है। ब्राह्मण ते कुछ कॉन्सैप्ट, कुछ खतरी मिला के ये सदा वास्ते राज करते रहन, बाकी दे लोग सदा वास्ते गुलाम रहन। ये इन्हां दा एक वर्ग की सरदारी का सदा वास्ते किया होया इंतजाम है अते बहु गिनती नूं सदा वास्ते गुलाम रखा जाए और घट गिनती का बहुपक्षी शोषण करने का अधिकार धर्म के आधार के उत्ते उन्होंने दिता जाए कि धार्मिक तौर के उत्ते तुसीं इस चीज़ के अधिकारी हो कि तुसीं इन्हां दा राज, इन्हां दा शोषण कर सकते हो। और ये निज़ाम हिंदुस्तान दे विच उदों तो फैलिया होया है और जदों तक मुगलों ने, अंग्रेज़ों ने ये अधिकार हिंदुस्तान के लोगों को दिता दे ही रखा, उन्नी देर तक उन्होंने उस गुलामी के बरखिलाफ कोई हीला चारा नहीं किया। और इसलिए क्योंकि ये अपने दायरे दे विच सदा आज़ाद रहे और सदा अपना शोषण, लोगों का शोषण करके अपने जो भी इन्हां दा मकसद सी उसनूं पूरा करते रहे। इस समाज विच उन्नी देर ये गुलामी खिड़े मत्थे प्रवान करते रहे। हुण जदों अंग्रेज़, जदों कुछ क्रांतिकारी लोकां, गदरी बाबियां इत्याद या अपनी आर्थिक तंगियां कारण हिंदी राज सत्ता नूं त्यागण वास्ते मजबूर हो गया तो इन्हां वर्गां ने अपना पुरातन मनु महाराज का निज़ाम स्थापित करने लई यतन कीते। ये 1947 तो यतन शुरू हो गए। ये कोशिश हुण 2014 दे विच जाके सफल हुई है। अजे तक कई तंदां जोड़नियां बाकी हैं लेकिन फिर भी ये सारे तो वड्डी सफलता ये है। अज के अखबार के तुसीं अशोक सिंघल का बयान देखोगे, वो कहता है दिल्ली दे विच समागम दे विच दस रहा है कि हुण हिंदू धर्म का राज संसार हिंदुस्तान के उत्ते हो गया है। 800 साल बाद कहता है पहली बार ये ठीक कहते हैं। गऊ घाटी की इस सभ्यता नूं जे इस दे वारिस अपने आप उत्ते लागू कर दे, जे ये जिहड़े इन्हां दे असूल हैं इन्हां नूं जे गऊ घाटी की सभ्यता के वारिस अपने आप के उत्ते लागू कर दे तां भी जिहड़े मनुखता के प्रेमी हैं उन्हां नूं इतराज़ होना सी। लेकिन अफसोस ये है कि ये बाकी लोगों के उत्ते भी इसनूं लागू करना चाहते हैं। वड्डा खतरा उदों पैदा हुंदा है जदों हर हिंद के सारे प्रदेशों वर्गों उत्ते इसनूं ये लागू किया जा रहा है। वैसे भी फितरतन ये विरोधी विचारां की होंद विच लागू नहीं हो सकता। जे विरोधी विचार किसी भी सूबे दे विच, किसी धर्म दे विच, चाहे कबीरपंथी होवे, चाहे सिख धर्म होवे या पंजाब होवे, जे विरोधी विचार इस दे विच जड़ फड़ जाण तां फिर किते भी ये
ਜੋ ਇਹਨਾਂ ਦਾ ਮੰਤਵ ਹੈ ਲੋਕਾਂ ਦਾ ਸ਼ੋਸ਼ਣ ਕਰਨ ਦਾ ਔਰ ਸਦੀਵੀ ਤੌਰ ਦੇ ਉੱਤੇ ਇੱਕ ਰਾਜ ਵਰਗ ਬਣਾਉਣ ਦਾ, ਇਹ ਕਦੇ ਵੀ ਲਾਗੂ ਨਹੀਂ ਹੋ ਸਕਦਾ। ਇਸ ਲਈ ਦੂਜਿਆਂ ਉੱਤੇ ਮੁਕੰਮਲ ਰੂਪ ਵਿੱਚ ਆਪਣੇ ਵਿਚਾਰ ਠੋਸਣ ਦਾ ਇਸ ਸੱਭਿਅਤਾ ਦਾ ਪ੍ਰਤੀਕ ਹੈ ਪਿੱਪਲ, ਜਿਸ ਦੇ ਹੇਠ ਕੋਈ ਦਰਖਤ, ਕੋਈ ਬੂਟਾ ਪੈਦਾ ਨਹੀਂ ਹੋ ਸਕਦਾ, ਪਣਪ ਨਹੀਂ ਸਕਦਾ, ਵੱਧ ਫੁੱਲ ਨਹੀਂ ਸਕਦਾ। ਸੋ ਇੱਥੇ ਸਿਰਫ ਇੱਕੋ ਹੀ ਸੱਭਿਅਤਾ ਦਾ ਪ੍ਰਤੀਕ ਪਿੱਪਲ ਹੀ ਰਹੇਗਾ। ਇਹ ਤਹਿਜ਼ੀਬ ਹਰ ਉਸ ਸੱਭਿਅਤਾ ਨੂੰ ਨੇਜ਼ ਤੋਂ ਨਬੂਦ ਕਰਕੇ ਹੀ ਵੱਧ ਫੁੱਲ ਸਕਦੀ ਹੈ ਜੋ ਇਸ ਦੇ ਵਿਰੋਧੀ ਅਸੂਲਾਂ ਉੱਤੇ ਉਸਾਰੀ ਗਈ ਹੋਵੇ। ਸਿੱਖ ਸੱਭਿਅਤਾ ਦੇ ਸਿਰਜੇ ਸਮਾਜ ਦੇ ਮੁੱਖ ਆਦਰਸ਼ ਹਨ ਸਰਬ ਸਾਂਝੀਵਾਲਤਾ, ਸਮਾਨ ਅਧਿਕਾਰ, ਮਨੁੱਖੀ ਬਰਾਬਰੀ, ਸਰਬ ਸਾਂਝੇ ਇੱਕ ਅਕਾਲ ਪੁਰਖ ਦੀ ਪੂਜਾ ਜੋ ਸਭ ਦਾ ਮਾਤਾ ਪਿਤਾ ਹੈ। ਪੰਜਵੇਂ ਪਾਤਸ਼ਾਹ ਦਾ ਫਰਮਾਨ ਯਾਦ ਕਰੋ, ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰੰਜਾਨ ਦਾ। ਕੋਈ ਕਿਸੇ ਦਾ ਸ਼ੋਸ਼ਣ ਨਹੀਂ ਕਰੇਗਾ, ਇਹ ਪ੍ਰਮਾਤਮਾ ਦਾ ਹੁਕਮ ਹੁਣ ਹੋ ਚੁੱਕਿਆ ਹੈ ਔਰ ਉਸ ਦੇ ਅਧੀਨ ਉਹਨਾਂ ਦਾ ਸਿੱਖੀ ਦਾ ਸੁਨੇਹਾ ਹੈ, ਹੰਨੇ ਹੰਨੇ ਮੀਰ ਦਾ ਸੰਕਲਪ। ਇਹ ਸ਼ੋਸ਼ਣ ਰਹਿਤ ਸਮਾਜ ਦਾ, ਧਰਮ ਕਰਮ ਔਰ ਇਹ ਜਾਤ ਪਾਤ ਰਹਿਤ ਸਮਾਜ ਦਾ ਇਹ ਇੱਕ ਸੁਨੇਹਾ ਹੈ, ਜਿਸ ਨੂੰ ਕਿਸੇ ਕਮਿਊਨਿਸਟ ਕਵੀ ਨੇ ਕਿਹਾ ਹੈ ਕਿ ਹਰ ਇੱਕ ਬੰਦਾ ਸ਼ਾਹ ਦੁਨੀਆ ਦਾ, ਹਰ ਇੱਕ ਤੀਵੀਂ ਰਾਣੀ। ਇਹ ਸੁਨੇਹਾ ਲੈ ਕੇ ਸਿੱਖੀ ਇਸ ਖਿੱਤੇ ਦੇ ਵਿੱਚ ਪੈਦਾ ਹੋਈ ਹੈ। ਇਹ ਸਮਾਜ ਸ਼ਾਸਤਰ ਜਿਹੜਾ ਸਿੱਖੀ ਦਾ ਸਮਾਜ ਸ਼ਾਸਤਰ ਹੈ, ਜਿਹੜਾ ਇਹਨਾਂ ਆਧਾਰਾਂ ਦੇ ਉੱਤੇ, ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਆਧਾਰਿਤ ਹੈ, ਉਹ ਸਮਾਜ ਸ਼ਾਸਤਰ ਐਨ ਯੂਰਪ ਦੇ ਦੁਨੀਆ ਦੇ ਵਿੱਚ ਹੋਏ ਬਿਹਤਰੀਨ ਲੋਕ ਰਾਜੀ ਕਦਰਾਂ ਕੀਮਤਾਂ ਦੇ ਵਿਕਾਸ ਦੇ ਅਨੁਕੂਲ ਹੈ। ਥੋੜ੍ਹਾ ਇਸ ਤੋਂ ਅਗਾਂਹ ਵੀ ਹੈ ਜਿਹੜਾ ਕਿ ਸਾਨੂੰ ਅੱਗੇ ਜਾ ਕੇ ਪਤਾ ਲੱਗੇਗਾ। ਅਸੀਂ ਜੋ ਇਸ ਨੂੰ ਸਦੀਆਂ ਤੋਂ ਕਾਇਮ ਰੱਖਣ ਦੇ ਜ਼ਿੰਮੇਵਾਰ ਹਾਂ, ਅਸੀਂ ਮੁਕੰਮਲ ਤੌਰ ਉੱਤੇ ਇਹ ਇਸ ਲਈ ਕਿ ਅਸੀਂ ਇਸ ਨੂੰ ਸਦੀਆਂ ਤੋਂ ਕਾਇਮ ਰੱਖਦੇ ਆ ਰਹੇ ਹਾਂ, ਸਿਰ ਦੇ ਕੇ ਤੱਤੀਆਂ ਤਵੀਆਂ 'ਤੇ ਬੈਠ ਕੇ ਇਸ ਨੂੰ ਕਾਇਮ ਰੱਖਦੇ ਆ ਰਹੇ ਹਾਂ, ਕਿਉਂਕਿ ਇਹ ਮੁਕੰਮਲ ਤੌਰ ਉੱਤੇ ਸਰਬ ਕਲਿਆਣਕਾਰੀ ਹੈ, ਸਾਰੇ ਸੰਸਾਰ ਦੇ ਭਲੇ ਦੇ ਹਿੱਤ ਵਿੱਚ ਹੈ। ਇਸ ਨੂੰ ਕਾਇਮ ਰੱਖਣਾ ਮਨੁੱਖਤਾ ਦੀ ਮਹਾਨ ਸੇਵਾ ਹੈ। ਕਿਉਂਕਿ ਅਸੀਂ ਪੰਜਾਬੀ, ਸਿੱਖ ਅਤੇ ਹੋਰ ਸੁਹਿਰਦ ਲੋਕ ਹਿੰਦੂ ਤੱਤ ਦੇ ਫਲਸਫੇ ਦੇ ਵਿਰੋਧ ਵਿੱਚ ਖੜ੍ਹੇ ਹਾਂ, ਇਸ ਲਈ ਪੰਜਾਬੀ ਸੱਭਿਅਤਾ, ਗੁਰਮੁਖੀ ਸੱਭਿਅਤਾ, ਸੂਬੇ ਪੰਜਾਬ ਨੂੰ ਮਲੀਆ ਮੇਟ ਕਰਨ ਦੇ ਉਪਰਾਲੇ ਜਾਰੀ ਹਨ, ਜੋ ਕਾਫੀ ਸਮੇਂ ਤੋਂ ਚੱਲਦੇ ਆ ਰਹੇ ਹਨ, ਲੇਕਿਨ ਹੁਣ ਇਸ ਸਮੇਂ ਦੇ ਵਿੱਚ ਪ੍ਰਚੰਡ ਹੋ ਕੇ ਸਾਡੇ ਸਾਹਮਣੇ ਪ੍ਰਗਟ ਹੋਣਗੇ। ਹੁਣ ਤੱਕ ਅਸੀਂ ਦੇਖ ਚੁੱਕੇ ਹਾਂ ਕਿ ਪੰਜਾਬ ਦੇ ਦਰਿਆਈ ਪਾਣੀ ਦੀ ਬੇਕਿਰਕ ਲੁੱਟ ਸੱਭਿਅਤਾ ਦੇ ਵਿਨਾਸ਼ ਦੀ ਸਭ ਤੋਂ ਵੱਡੀ ਕੰਸੋ ਹੈ, ਜੋ ਹੁਣ ਬਹੁਤ ਵੱਡਾ ਸ਼ੋਰ ਬਣਦੀ ਜਾ ਰਹੀ ਹੈ। ਦਰਿਆਵਾਂ ਨੂੰ ਜੋੜ ਦਿਓ, ਇਹਨਾਂ ਨੂੰ ਪਾਣੀ ਜੋ ਪੰਜਾਬ ਦੇ ਕੋਲ ਰਹਿ ਗਿਆ ਇਹ ਵੀ ਕੱਢ ਲਓ ਕਿਸੇ ਨਾ ਕਿਸੇ ਤਰ੍ਹਾਂ। ਲੋਕ ਬੋਲੀ ਪੰਜਾਬੀ ਅਤੇ ਪੰਜਾਬੀ ਵਿੱਚ ਲਿਖੇ ਲੋਕ ਯਾਨ, ਮਨੁੱਖਤਾ ਦਾ ਚਾਨਣ ਮੁਨਾਰਾ, ਜਗਤ ਗੁਰੂ ਗ੍ਰੰਥ ਸਾਹਿਬ ਦਾ ਵਿਰੋਧ ਇਸ ਦੇ ਨਾਲ ਚੱਲ ਰਿਹਾ ਹੈ ਔਰ ਸੰਸਕ੍ਰਿਤ ਦਾ ਪ੍ਰਚਾਰ, ਜਿਹੜੀ ਕਿ ਚੁਣਿੰਦੇ ਲੋਕਾਂ ਦੀ, ਅੱਜ ਤੱਕ ਤਾਂ ਕਿਸੇ ਦੀ ਵੀ ਨਹੀਂ, ਲੇਕਿਨ ਵੱਧ ਤੋਂ ਵੱਧ 150-200 ਬੰਦਿਆਂ ਦੀ ਭਾਸ਼ਾ ਹੋਏਗੀ, ਉਸ ਦੀ ਪ੍ਰਭੂ ਸੱਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਿ ਇਹ ਜੋ ਗਿਆਨ ਹੈ ਆਮ ਲੋਕਾਂ ਦੀ ਬੋਲੀ ਦੇ ਵਿੱਚ ਲੋਕਾਂ ਤੱਕ ਨਾ ਪਹੁੰਚੇ ਔਰ ਉਹ ਢਕਿਆ ਰਹੇ। ਬਾਕੀ ਦਾ ਜਿਹੜਾ ਦੂਸਰੇ ਸਮਾਜ ਦਾ ਗਿਆਨ ਹੈ ਉਹ ਸਿਰਫ ਚੁਣਿੰਦਾ ਲੋਕਾਂ ਨੂੰ ਪਤਾ ਹੋਵੇ ਤੇ ਬਾਕੀ ਦੇ ਉਸ ਨੂੰ ਸਿਰ ਸੁੱਟ ਕੇ ਪ੍ਰਵਾਨ ਕਰਦੇ ਰਹਿਣ। ਇਸ ਲੜੀ ਦੇ ਵਿੱਚ ਇਹ ਅਕੰਪਲਿਸ਼ ਕਰਨ ਵਾਸਤੇ ਦੇਹਧਾਰੀ ਗੁਰੂਡਮ, ਡੇਰਾਵਾਦ ਫੈਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਗੁਰੂ ਗ੍ਰੰਥ, ਗੁਰਦੁਆਰਿਆਂ ਨੂੰ ਸਾੜਨ ਮਿਟਾਉਣ ਦਾ ਰੁਝਾਨ ਸਾਡੇ ਵਿੱਚ ਅਸੀਂ ਕਈ ਸਾਲਾਂ ਤੋਂ ਦੇਖਦੇ ਚਲੇ ਆਏ ਹਾਂ।
कोई दिन नहीं निकलता, घट्टो घੱਟ कोई हफ्ता नहीं निकलता ਜਦੋਂ कि गुरु ग्रंथ साहब की भीड़ ਨੂੰ किते ना किते अग्नि भेंट ना किया जाता होवे, किते ना किते कोई गुरुद्वारे ਨੂੰ नुकसान ना पहुँचाया जाता होवे। और जदों की ये नवीं सरकार बनी है, हैदराबाद तो लैके ते सहारनपुर और नागपुर, जम्मू, मेरठ के विच गुरुद्वारिਆਂ ਦੇ ਉੱਤੇ हमले हो चुके हैं। तो गुरुद्वारा ज्ञान गोदड़ी के बारे तुसीं जानते हो कि किस तरह उसनूं मिटा के, उसका नामो निशान मिटा के उसकी कोई जिक्र भी नहीं चल रही। साडी रीढ़ की हड्डी है, साडी सभ्यता की रीढ़ की हड्डी है सर्व सांझीवालता, जिसनूं प्रगट करता है, मूर्तिमान करता है साडा पेंडू दलित सिख भाईचारा। इस नूं खत्म किया जा रहा है। किस तरह नाल दलितां दी पोजीशन पंजाब दे विच सारे हिंदुस्तान नालों फर्क है। इत्थे पंजाब दे विच दलित 30% है, यूपी दे विच जिथे कि बहुत होने चाहिए सी, जिथे दी सभ्यता है जिसने दलित बनाए न, उत्थे दलित सिर्फ 20% है। ब्राह्मण पंजाब दे विच 1 तो 2% है, जिसने ये सारा निज़ाम देखना है और जिसने इस निज़ाम की शादी भरनी है, वो सिर्फ 1 तो 2% है, क्योंकि इत्थे उसके क्लाइंट है नहीं, जिन्हों ने उसकी सेवा करनी है, जिन्हों ने उन्होंने नाल अपना राबता कायम करना, वो लोग है नहीं। इस करके 1 तो 2% है। यूपी दे विच ब्राह्मण की पॉपूलेशन 10% है। हरशिंदर कहता सी कि हुण पिछले समयां दे विच कुछ लोग ब्राह्मण इत्थों हिमाचल तो और कश्मीर आदि तो आके इत्थे वसे न, इस करके पॉपूलेशन थोड़ी जी वधी है, लेकिन अजे भी 1 तो 2% है। सानू खत्म करने लई नशियां दे दरिया अते अनपढ़ता नूं वड्डा हथियार बनाया जा रहा है। नशियां दे दरिया का विरोध करने वाले साडे विच मौजूद हैं और सानू माण है, फखर है कि इत्थे साडे नाल मोढा ला के लड़ रहे हैं ना, साडे आगू बन के लड़ रहे हैं। साहिबां दा फरमान सी, बाल बिरद सब सोध पठावा, को अनपढ़ रहन न पावा। और अज पंजाब के स्कूलों का हाल देखो, किते एक भी विद्यार्थी नहीं, किते टीचर नहीं, किते प्रिंसीपल नहीं, और कई सारे स्कूल जो जिन्हां दे विच आम लोगों ने पढ़ना सी, जिथों विद्या प्राप्त करनी सी आम लोगों ने, वो बहुत सारे स्कूल खत्म हो चुके हैं, क्योंकि गुरु ने ज्ञान अते नशियां दे त्याग नूं साडी सभ्यता दी नींह बनाया सी। इस करके ये तहैया वड्डी पद्धर दे उत्ते पंजाब दे विच खास तौर दे उत्ते हो रहा है। राजपूतां दी जिवें इशारा किया जा चुकिया है स्टेज वालों, राजपूतां दी तर्ज उत्ते कुछ घराणिਆਂ ਨੂੰ पंजाबी दी अते दूजे सूबियां दी सियासी होनी का मालक बनाया जा रहा है। सदीवी तौर के उत्ते हिंदू तब का फलसफा हुण लागू होण जा रहा है। उस पुरातन समाज प्रबंध का वो समाज सिरजेगा जिस राही हिंद दे दह सदी की गुलामी, जिस राही हिंद ने 10 सदी की गुलामी हंडाई। 1000 साल हिंदुस्तान गुलाम रहा इस फलसफे को अपना के। ये लोक राज लोकतंत्र का निरोध है, विरोध है। इसका लोकतंत्र का जे एक विलोम लफ्ज़ तो वह ब्राह्मणवाद है। ये हिंद के विनाश की जरनैली सड़क है जो हुण दोबारे फिर असी तैयार करन जा रहे हैं। और अज अशोक सिंघल ने भी उत्थों ही शुरू किया जिथों ये विनाश शुरू होया सी, जयचंद ते पृथ्वीराज तो। अज के जमाने विच सदीवी राज करदी नवेकली जमात कबीले सिरजन का तहैया है। उन्होंने देख लिया कि असी सारे हिंदुस्तान के लोगों की सेवा नहीं कर सकते, सारे हिंदुस्तान के लोगों को बराबर के अधिकार नहीं दे सकते, इस करके 2 वर्ग सिरज लो। जिस तरह के मनु समृति के आदेश हैं
उस तरह के सिरज के फिर ये सदा वास्ते ये राज इस तरह के कायम रखो। बहुत गिनती लोगों नूं सदीवी गुलामी हंडाउण का ये सुनेहा ते इंतज़ाम है। असी पंजाबी सिख लोग जो सदा लोक राज के हामी रहे हाँ, जो मनुखी अधिकारां के हामी हाँ, जो निरपक्षता के अलंबरदार हाँ, जो आधुनिक जमाने के हाणदे हाँ, जो सांझे कानून की प्रभुता चाहते हाँ, किसी एक आदमी का कोई ना किसी रंजान का किसी एक आदमी का हुक्म ना चले, सांझी मर्जी के नाल बनाए हुए कानून सारिਆਂ ਦੇ उत्ते एक समान लागू होण, जो अंध विश्वास नूं ज्ञान के चानण नाल खत्म करना चाहते हाँ, जो मनुख मात्र की बराबरी विच दृढ़ विश्वास रखते हाँ, जो जात पात रहत समाज सिरजण के हामी हाँ, सानू तत्तियां तवियां उत्ते बैठे गुरु अर्जन की, सानू नीहां विच खड़े साहिबजादियां की आण है कि असी इन्हां कदरां कीमतां दे उत्ते डट के पहरा देना है। असी सदियां तो सिर दे के इन्हां कदरां कीमतां की रखिया करते आए हाँ। अज लोड़ है, स्टेज वालों फरमान होया सी भी ये दस्सिया जावे भी अज सानू इस किसी ऐसे इंतजाम की लोड़ है कि नहीं लोड़। मेरा विचार है कि अज सानू लोड़ है कि असी हिंदूत्व के मारू असर नूं खत्म करने लई लोक आधारित मंच उसार के वड्डी मुहिम विढ़ीए। दबियां कुचलियां लताड़ियां का ध्यान धर के गुरु ग्रंथ साहब दे विच संत कबीर जी फरमाउंदे हन, सूरा सो पहचानिए जो लड़े दीन के हेत, दबियां कुचलियां वास्ते लताड़ियां वास्ते लड़े उसनूं सूरमा गिणिया जाता है, ना कि उसनूं जिहड़ा कि 56 इंच की छाती लैके पुलिस की मदद के नाल हज़ारां लोगों का कतलेआम करे। सो अज सानू इस मंच नूं उसारन की लोड़ है, क्योंकि इक्को ही विषय के उत्ते आपां विचार करनी है, इस करके और इक्को ही इसका संदर्भ असी साजन की कोशिश करनी है।